ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਾਡੀ ਕੀ ਹਾਲਤ ਹੈ। ਹਮ ਅੰਧਲੇ ਅੰਧ ਵਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲ। ਸਾਡੇ ਸਾਹਮਣੇ ਸਾਰਾ ਕੁਝ ਹੈ, ਗੁਰਬਾਣੀ ਵੀ ਸਾਹਮਣੇ ਹੈ, ਸਾਨੂੰ ਜੀਵਨ ਜਿਉਣਾ ਸਿਖਾ ਰਹੀ ਹੈ, ਗੁਰੂ ਦਾ ਇਤਿਹਾਸ ਵੀ ਸਾਡੇ ਸਾਹਮਣੇ ਹੈ, ਗੁਰਸਿੱਖਾਂ ਪਿਆਰਿਆਂ ਸ਼ਹੀਦਾਂ ਮੁਰੀਦਾਂ ਗੁਰੂ ਸਾਹਿਬਾਨਾਂ ਦੀ ਘਾਲ ਕਮਾਈ ਵੀ ਸਾਡੇ ਸਾਹਮਣੇ ਹੈ। ਪਰ ਅਸੀਂ ਅੱਖਾਂ ਮੀਟ ਕੇ ਬੈਠੇ ਹਾਂ, ਨਾ ਗੁਰਬਾਣੀ ਤੋਂ ਉਹ ਪ੍ਰੇਰਣਾ ਲੈਂਦੇ ਹਾਂ ਜੋ ਗੁਰੂ ਸਾਨੂੰ ਸਿਖਾ ਰਹੇ ਨੇ, ਨਾ ਆਪਾਂ ਇਤਿਹਾਸ ਤੋਂ ਉਹ ਪ੍ਰੇਰਣਾ ਲੈਂਦੇ ਹਾਂ ਜੋ ਸਾਨੂੰ ਇਤਿਹਾਸ ਵਾਰ-ਵਾਰ ਰਿਪੀਟ ਕਰਕੇ ਦੱਸ ਰਿਹਾ ਹੈ। ਔਰ ਉਹਦਾ ਕਾਰਨ ਸਤਿਗੁਰੂ ਕਹਿੰਦੇ ਸਾਡੀ ਅਗਿਆਨਤਾ ਹੈ, ਸਾਡੀ ਈਗੋ, ਸਾਡਾ ਹੰਕਾਰ ਹੈ, ਸਾਡੇ ਛੋਟੇ-ਛੋਟੇ ਨਿੱਜ ਦੇ ਸਵਾਰਥ ਹਨ ਜਿਨ੍ਹਾਂ ਨੂੰ ਅਸੀਂ ਛੱਡਣ ਦੇ ਲਈ ਤਿਆਰ ਨਹੀਂ ਹਾਂ। ਔਰ ਜਿੰਨੀ ਦੇਰ ਤੱਕ ਅਸੀਂ ਇਹ ਚੀਜ਼ਾਂ ਨੂੰ ਛੱਡਦੇ ਨਹੀਂ ਹਾਂ, ਉਨੀ ਦੇਰ ਤੱਕ ਗੁਰੂ ਦੀ ਮੱਤ ਵੀ ਸਾਡੇ ਅੰਦਰ ਨਹੀਂ ਵਸ ਸਕਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਿਉਂਕਿ ਜਿਹੜੀਆਂ ਸਾਡੇ ਕੋਲ ਸਿਆਣਪਾਂ ਨੇ ਨਾ, ਉਹ ਦੁਨਿਆਵੀ ਸਿਆਣਪਾਂ ਨੇ, ਸੰਸਾਰ ਦੀਆਂ ਚਲਾਕੀਆਂ। ਤੇ ਉਹ ਜਿਹੜੀਆਂ ਚਲਾਕੀਆਂ ਨੇ ਉਹ ਸਾਡੇ ਆਪਣੇ ਆਪਣੇ ਸਵਾਰਥ ਤੇ ਟਿਕੀਆਂ ਹੁੰਦੀਆਂ ਨੇ। ਆਪਾਂ ਬਸ ਆਪਣੇ ਤੱਕ ਸੋਚ ਕੇ ਉਹਨਾਂ ਚਲਾਕੀਆਂ ਸਿਆਣਪਾਂ ਨੂੰ ਵਰਤਦੇ ਹਾਂ, ਕੋਈ ਸਰਬੱਤ ਦੇ ਭਲੇ ਦੇ ਲਈ ਉਹਨਾਂ ਚੀਜ਼ਾਂ ਨੂੰ ਨਹੀਂ ਵਰਤਦੇ। ਤੇ ਜਦੋਂ ਅਸੀਂ ਕੇਵਲ ਆਪਣੇ ਤੱਕ ਸੈਲਫ ਹੋ ਕੇ ਜੀਵਨ ਬਤੀਤ ਕਰਦੇ ਹਾਂ, ਆਪਣੇ ਸਮੁੱਚੇ ਮਾਹੌਲ ਨੂੰ ਸਵਾਰਦੇ ਤੇ ਸ਼ਿੰਗਾਰਦੇ ਨਹੀਂ ਹਾਂ, ਤੇ ਕਈ ਵਾਰ ਆਪਣੇ ਪੁੱਟੇ ਹੋਏ ਟੋਇਆਂ ਦੇ ਵਿੱਚ ਆਪ ਹੀ ਡਿੱਗ ਕੇ ਤੇ ਆਪਣਾ ਜੀਵਨ ਬਰਬਾਦ ਕਰ ਬੈਂਦੇ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵਾਰ-ਵਾਰ ਸਮਝਾਉਂਦੇ, ਕਹਿੰਦੇ ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਐ। ਤੇ ਭਾਈ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਲੈ, ਆਪਣੇ ਹਉਮੈ ਹੰਕਾਰ ਨੂੰ ਛੱਡ ਕੇ ਜਿਹੜੀ ਗੁਰੂ ਨੇ ਨਿਮਰਤਾ ਵਾਲੀ ਜੀਵਨ ਜੁਗਤ ਸਿਖਾਈ ਹੈ, ਉਸ ਰਸਤੇ ਤੇ ਤੁਰ। ਜੇ ਤੁਰੇਗਾ ਤੇ ਇਤ ਮਾਰਗ ਚੱਲੈ ਭਾਇੜੈ, ਗੁਰ ਕਹੈ ਸੋ ਕਾਰ ਕਮਾਏ ਜੀਓ। ਜਦੋਂ ਆਪਾਂ ਇਸ ਰਸਤੇ ਤੇ ਤੁਰਾਂਗੇ ਜੋ ਗੁਰਬਾਣੀ ਦਾ ਗੁਰਸਿੱਖ ਮੀਤ ਚਲੋ ਗੁਰਚਾਲੀ ਦਾ ਰਸਤਾ ਹੈ, ਗੁਰ ਕਹੈ ਸੋ ਕਾਰ ਕਮਾਏ ਜੀਓ, ਜੋ ਗੁਰੂ ਨੇ ਕਿਹਾ ਹੈ ਜਦੋਂ ਆਪਾਂ ਉਹ ਕੰਮ ਕਰਾਂਗੇ। ਤਿਆਗੈ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਓ। ਜਦੋਂ ਆਪਾਂ ਮਨ ਦੀ ਮੱਤ ਛੱਡਾਂਗੇ, ਮਨਮਤ ਤਿਆਗਾਂਗੇ, ਔਰ ਸੰਸਾਰ ਦੀ ਝੂਠੀ ਪ੍ਰੀਤ ਸਵਾਰਥ ਛੱਡਾਂਗੇ, ਇਉਂ ਪਾਵੈ ਹਰ ਦਰਸਾਵੜਾ ਨਹਿ ਲੱਗੈ ਤਤੀ ਵਾਉ ਜੀਓ। ਫਿਰ ਪਾਤਸ਼ਾਹ ਕਹਿੰਦੇ ਰੱਬ ਜੀ ਦਾ ਮਿਲਾਪ ਵੀ ਪ੍ਰਾਪਤ ਹੋਵੇਗਾ, ਸੰਸਾਰ ਦੀ ਕੋਈ ਤਤੀ ਵਾਹ ਵੀ ਨਹੀਂ ਲੱਗ ਸਕਦੀ ਹੈ। ਪਰ ਇਹ ਖੇਡ ਬਣਦੀ ਉਦੋਂ ਹੈ ਜਦੋਂ ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰਾਂਗੇ। ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਾਲਕ ਜੀ ਅਸੀਂ ਬੜੇ ਭੁੱਲੇ ਪਏ ਹਾਂ, ਭਟਕੇ ਪਏ ਹਾਂ, ਆਪਣੇ ਆਪ ਨਹੀਂ ਜੇ ਚੱਲ ਸਕਦੇ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਇਹ ਤੇ ਗੁਰੂ ਹੀ ਤਰਸ ਕਰੇ ਨਾ, ਸੁੱਖਾਂ ਦਾ ਦਾਤਾ ਗੁਰੂ ਹੀ ਸੁੱਖ ਵਰਤਾਏ, ਮਿਹਰ ਕਰੇ, ਸਾਨੂੰ ਆਪਣੇ ਪਾਸੇ ਲਾਵੇ ਤੇ ਆਪਾਂ ਚੱਲ ਸਕਦੇ ਆ। ਨਹੀਂ ਤੇ ਸਾਡੇ ਅੰਦਰ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋ ਵਾਸ਼ਿਆ। ਜਨਮਾਂ ਜਨਮਾਂਤਰਾਂ ਦੀ ਐਸੀ ਮੈਲ ਲੱਗੀ, ਇਹਨੇ ਮਨ ਨੂੰ ਕਾਲਾ ਕੀਤਾ ਪਿਆ ਹੈ। ਗੁਰੂ ਹੀ ਮਿਹਰ ਕਰੇ, ਤਰਸ ਕਰੇ ਤੇ ਜੀਵਨ ਸਫਲਤਾ ਵਾਲੇ ਪਾਸੇ ਆਪਾਂ ਚੱਲ ਸਕਦੇ ਹਾਂ। ਸੁਖਮਨੀ ਸਹਿਬਾਣੀ ਦੀ ਲਗਾਤਾਰ ਆਪਾਂ ਵਿਚਾਰ ਕਰਦੇ ਹਾਂ। 6ਵੀਂ ਅਸ਼ਟਪਦੀ ਦੇ ਅਖੀਰਲੇ ਪਦੇ 'ਚ ਵੀ ਗੁਰੂ ਮਹਾਰਾਜ ਇਹੀ ਉਪਦੇਸ਼ ਕਰ ਰਹੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਸਾਡੇ ਜੀਵਨ ਦਾ ਮਕਸਦ ਹੈ। ਔਰ ਜਪ ਕੌਣ ਸਕਦਾ ਹੈ? ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉ। ਸਮੁੱਚੀ ਅਸ਼ਟਪਦੀ ਅੰਦਰ ਸਤਿਗੁਰੂ ਨੇ ਸਮਝਾਇਆ ਕਿ ਵੇਖ ਜੋ ਕੁਝ ਵੀ ਸਾਡੇ ਕੋਲ ਹੈ ਉਹ ਸਭ ਅਕਾਲ ਪੁਰਖ ਦਾ ਦਿੱਤਾ ਹੈ। ਸਰੀਰ ਦੇ ਵੱਖ-ਵੱਖ ਅੰਗ, ਬਾਹਰ ਦੇ ਸੁੱਖ ਪਦਾਰਥ, ਖਾਣ ਦੇ ਲਈ ਭੋਜਨ, ਪਹਿਨਣ ਦੇ ਲਈ ਕੱਪੜੇ,
ਸੰਸਾਰ 'ਚ ਰਹਿੰਦਿਆਂ ਜੇ ਸਾਡੇ ਕੋਲ ਇੱਜ਼ਤ ਮਾਣ ਹੈ, ਉਹ ਵੀ ਸਾਰੀਆਂ ਦਾਤਾਂ ਵਾਹਿਗੁਰੂ ਦੀਆਂ ਬਖਸ਼ੀਆਂ ਨੇ। ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ, ਦੁਨਿਆਵੀ ਪਦਾਰਥਾਂ ਦਾ। ਔਰ ਉਸੇ ਵਿਚਾਰ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਮਹਾਰਾਜ ਕਹਿੰਦੇ, ਜੇ ਤੂੰ ਭਗਤੀ ਦੇ ਰਸਤੇ ਤੇ ਤੁਰ ਪਿਆ ਹੈ, ਸੱਚ ਦੇ ਰਸਤੇ ਤੇ ਤੁਰਿਆ ਹੈ, ਧਰਮ ਦੇ ਰਸਤੇ ਤੇ ਤੁਰਿਆ ਹੈ, ਲੋਕ ਧਰਮੀ ਕਹਿ ਕੇ ਤੈਨੂੰ ਸਲਾਹੁੰਦੇ ਹਨ, ਲੋਕ ਭਗਤ ਕਹਿ ਕੇ ਤੇਰੀ ਵਡਿਆਈ ਕਰਦੇ ਹਨ, ਤੇ ਹੁਣ ਤੂੰ ਭਗਤੀ ਦਾ ਧਰਮ ਦਾ ਵੀ ਹੰਕਾਰ ਨਾ ਕਰੀ ਕਿ ਮੈਂ ਧਰਮੀ ਹਾਂ, ਮੈਂ ਭਗਤ ਹਾਂ, ਮੈਂ ਜਪਣ ਵਾਲਾ ਹਾਂ। ਉੱਥੇ ਵੀ ਗੁਰੂ ਕਹਿੰਦੇ ਨਿਮਰਤਾ ਧਾਰਨ ਕਰਕੇ ਰੱਖਣੀ। ਜਿਵੇਂ ਸਰੀਰ ਨੂੰ ਵੇਖ ਕੇ ਇਹ ਕਹਿਣਾ ਹੈ ਕਿ ਇਹ ਮੇਰਾ ਨਹੀਂ ਹੈ, ਇਹ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਹੈ। ਜਿਵੇਂ ਪਦਾਰਥਾਂ ਨੂੰ ਵੇਖ ਕੇ ਕਹਿਣਾ ਹੈ ਕਿ ਇਹ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਜੇ ਮਾਣ ਸਨਮਾਨ ਮਿਲਦਾ ਹੈ ਤੇ ਵਾਹਿਗੁਰੂ ਦਾ ਸ਼ੁਕਰ ਕਰਨਾ ਹੈ, ਦਾਤੇ ਵੱਲੋਂ ਬਖਸ਼ਿਆ ਹੋਇਆ ਮਾਣ ਹੈ। ਤੇ ਮਹਾਰਾਜ ਕਹਿੰਦੇ ਜੇ ਭਗਤੀ ਤੇਰੇ ਜੀਵਨ ਦੇ ਵਿੱਚ ਹੈ ਤੇ ਹੰਕਾਰ ਨਹੀਂ ਕਿ ਮੈਂ ਭਗਤ ਹਾਂ, ਉੱਥੇ ਵੀ ਵਾਹਿਗੁਰੂ ਦਾ ਸ਼ੁਕਰ ਕਰਨਾ। ਉਹਨੇ ਤੁਰ ਉੱਠ ਕੇ ਭਗਤੀ ਦੀ ਦਾਤ ਬਖਸ਼ੀ ਹੈ, ਕਿਉਂਕਿ ਇਹ ਦਾਤ ਵੀ ਉਸੇ ਦੀ ਝੋਲੀ 'ਚ ਪੈਂਦੀ ਹੈ ਜਿਹਨੂੰ ਮਾਲਕ ਆਪ ਮਿਹਰ ਕਰਕੇ ਦਾਤ ਬਖਸ਼ਦਾ ਹੈ, ਜਿਹਨੂੰ ਆਪ ਦਾਤਾ ਤੁਰ ਉੱਠ ਕੇ ਦਾਤ ਬਖਸ਼ਦਾ ਹੈ। ਮਹਾਰਾਜ ਕਹਿੰਦੇ ਆਪ ਜਪਾਏ ਜਪੈ ਸੋ ਨਾਉ। ਜਿਨ੍ਹਾਂ ਨੂੰ ਮਾਲਕ ਮਿਹਰ ਕਰਕੇ ਜਪਾਉਂਦਾ ਹੈ, ਉਹ ਮਾਲਕ ਦਾ ਅਕਾਲ ਪੁਰਖ ਦਾ ਨਾਮ ਜਪਦੇ ਨੇ, ਧਿਆਉਂਦੇ ਨੇ। ਆਪ ਗਵਾਏ ਸੋ ਹਰ ਗੁਣ ਗਾਓ। ਜਿਨ੍ਹਾਂ ਨੂੰ ਉਹ ਗਾਉਣ ਦੀ ਸਮਰੱਥਾ, ਹਿੰਮਤ, ਤਾਕਤ, ਉਦਮ ਬਖਸ਼ਦਾ ਹੈ, ਉਹ ਪਰਮਾਤਮਾ ਦੀ ਭਗਤੀ ਦੇ ਗੀਤ ਤੇ ਤਰਾਨੇ ਗਾਉਂਦੇ ਹਨ। ਨਹੀਂ ਤੇ ਵੇਖੋ ਉਪਦੇਸ਼ ਗੁਰੂ ਸਾਨੂੰ ਸਭ ਨੂੰ ਬਖਸ਼ਦੇ ਨੇ। ਉਪਦੇਸ਼ਾਂ ਦੀ ਅੱਗੇ ਵੱਖ-ਵੱਖ ਰੂਪ ਦੇ ਵਿੱਚ ਵਿਆਖਿਆ ਵੀ ਹੁੰਦੀ ਹੈ। ਸੁਣਨ ਵਾਲੇ ਆਪਾਂ ਸਰੋਤੇ ਸੁਣਦੇ ਵੀ ਹਾਂ, ਪਰ ਸਾਰੇ ਕੋਈ ਭਗਤੀ ਦੇ ਰਸਤੇ ਤੇ ਨਹੀਂ ਤੁਰ ਪਾਉਂਦੇ। ਹੁਣ ਗੁਰੂ ਦਾ ਉਪਦੇਸ਼ ਸਭ ਦੇ ਲਈ ਹੈ। ਆਪਾਂ ਕਿੰਨੀ ਵਾਰ ਪੜ੍ਹਦੇ ਸੁਣਦੇ ਹਾਂ, ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠੇ, ਗੁਰਬਾਣੀ ਪੜ੍ਹੇ, ਨਿਤਨੇਮ ਕਰੇ, ਪਰ ਕਿੰਨੇ ਕੁ ਕਰਦੇ ਹਾਂ? ਇਹ ਦਾਤਾਂ ਨੇ ਵਾਹਿਗੁਰੂ ਦੀਆਂ ਬਖਸ਼ੀਆਂ ਹੋਈਆਂ। ਜੇ ਆਪਾਂ ਨਿਤਨੇਮ ਦੀ ਦਾਤ ਸਾਨੂੰ ਗੁਰੂ ਨੇ ਬਖਸ਼ੀ, ਆਪਾਂ ਉਹਦਾ ਵੀ ਹੰਕਾਰ ਨਾ ਕਰੀਏ ਕਿ ਮੈਂ ਨਿਤਨੇਮੀ ਹਾਂ। ਉੱਥੇ ਵੀ ਗੁਰੂ ਦਾ ਸ਼ੁਕਰ ਹੀ ਕਰਨਾ ਹੈ ਕਿ ਸਤਿਗੁਰੂ ਨੇ ਰਹਿਮਤ ਕਰਕੇ ਸਾਨੂੰ ਨਿਤਨੇਮ ਦੀ ਭਗਤੀ ਦੀ ਦਾਤ ਬਖਸ਼ਿਸ਼ ਕੀਤੀ, ਕਿਉਂਕਿ ਉਹੀ ਗਾ ਸਕਦਾ ਹੈ ਜਿਹਨੂੰ ਉਹ ਗਾਉਣ ਦੀ ਹਿੰਮਤ ਬਖਸ਼ਦਾ ਹੈ। ਅੱਗੇ ਮਹਾਰਾਜ ਕਹਿੰਦੇ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ। ਪ੍ਰਗਾਸ ਦਾ ਭਾਵ ਹੈ ਗੁਰੂ ਦੇ ਗਿਆਨ ਦਾ ਚਾਨਣ। ਪੜ੍ਹ ਲੈਣਾ ਇੱਕ ਵੱਖਰੀ ਗੱਲ ਹੈ, ਪਰ ਉਸ ਪੜ੍ਹੇ ਹੋਏ ਦੀ ਵਾਕਿਆ ਹੀ ਅੰਦਰ ਸਮਝ ਆ ਜਾਣੀ ਇੱਕ ਵੱਖਰੀ ਗੱਲ ਹੈ। ਮਹਾਰਾਜ ਕਹਿੰਦੇ ਪੜ੍ਹਨ ਵਾਲੇ ਬੜੇ ਹਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪਹਿਲੀ ਉਦਾਸੀ ਤੇ ਗਏ ਸਨ ਤੇ ਕਸ਼ਮੀਰ ਦੇ ਇਲਾਕੇ 'ਚ ਸਤਿਗੁਰਾਂ ਨੂੰ ਇੱਕ ਪੰਡਤ ਬ੍ਰਹਮਦਾਸ ਮਿਲਿਆ ਹੈ। ਬਹੁਤ ਉੱਚ ਕੋਟੀ ਦਾ ਵਿਦਵਾਨ ਸੀ, ਪੜ੍ਹਿਆ ਬੜਾ ਸੀ, ਪਰ ਉਹਦੀ ਪੜ੍ਹਾਈ ਕਿੱਥੇ ਟਿਕੀ ਹੋਈ ਸੀ ਕਿ ਦੂਜਿਆਂ ਦੇ ਨਾਲ ਬਹਿਸ ਕਰਨੀ ਤੇ ਇਹ ਸਾਬਤ ਕਰਨਾ ਕਿ ਤੂੰ ਮੇਰੇ ਤੋਂ ਥੱਲੇ ਹੈ, ਮੈਂ ਤੇਰੇ ਤੋਂ ਉੱਚਾ ਵਿਦਵਾਨ ਹਾਂ। ਤੇ ਜਿਹਦੇ ਨਾਲ ਵੀ ਉਹ ਬਹਿਸ ਕਰਕੇ ਤੇ ਜਿੱਤਦਾ ਸੀ, ਉਹਦੀਆਂ ਕਿਤਾਬਾਂ ਤੇ ਗ੍ਰੰਥ ਵੀ ਆਪਣੇ ਕਬਜ਼ੇ 'ਚ ਲੈ ਲੈਂਦਾ ਸੀ, ਇਹ ਦੁਬਾਰਾ ਪੜ੍ਹ ਕੇ ਮੇਰੇ ਤੋਂ ਵੱਡਾ ਵਿਦਵਾਨ ਨਾ ਬਣ ਜਾਏ। ਤੇ ਉਹ ਸਮਾਂ ਐਸਾ ਸੀ ਜਦੋਂ ਅੱਜ ਦੀ ਤਰ੍ਹਾਂ ਗ੍ਰੰਥ ਤੇ ਹੋਰ ਕਿਤਾਬਾਂ ਪੁਸਤਕਾਂ ਨਹੀਂ ਮਿਲਦੀਆਂ ਸਨ। ਹੱਥ ਲਿਖਤ ਚੀਜ਼ਾਂ ਹੁੰਦੀਆਂ ਸਨ, ਕਿਸੇ ਗ੍ਰੰਥ ਦੀਆਂ, ਕਿਸੇ ਪੁਸਤਕ ਦੀਆਂ ਬਸ ਕੁਝ ਕੀ ਕਾਪੀਆਂ ਹੁੰਦੀਆਂ ਸਨ। ਇਸੇ ਕਰਕੇ ਪੁਰਾਤਨ ਸਮੇਂ ਨੂੰ ਆਪਾਂ ਵੇਖਦੇ ਹਾਂ, ਗ੍ਰੰਥਾਂ ਨੂੰ, ਪੁਸਤਕਾਂ ਨੂੰ, ਪੋਥੀਆਂ ਨੂੰ ਕਿਉਂ ਬਹੁਤ ਸੋਹਣੇ ਤਰੀਕੇ ਦੇ ਨਾਲ ਸੰਭਾਲ ਕੇ ਰੱਖਣ ਦੀ ਪਰੰਪਰਾ ਚੱਲੀ, ਕਿਉਂਕਿ ਉਸ ਵਕਤ ਇਹਨਾਂ ਨੂੰ ਲਿਖਣਾ ਕੋਈ ਸੌਖੀ ਗੱਲ ਨਹੀਂ ਸੀ। ਉਹਨਾਂ ਕਾਪੀਆਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ। ਤੇ ਬ੍ਰਹਮਦਾਸ ਨੇ ਕੀ ਕਰਨਾ, ਜਿਹਨੂੰ ਹਰਾਇਆ ਉਹਦੀਆਂ ਕਿਤਾਬਾਂ, ਗ੍ਰੰਥ ਵੀ ਆਪਣੇ ਕਬਜ਼ੇ 'ਚ ਲੈ ਲੈਣੇ ਕਿ ਇਹ ਹੋਰ ਪੜ੍ਹ ਕੇ ਕਿਤੇ ਮੇਰੇ ਤੋਂ ਅੱਗੇ ਨਾ ਲੰਘ ਜਾਏ। ਤੇ ਗੁਰੂ ਨਾਨਕ ਮਹਾਰਾਜ ਜਦੋਂ ਪਹੁੰਚੇ ਮਟਨ ਵਿਖੇ, ਕਸ਼ਮੀਰ ਦੇ ਇਲਾਕੇ ਦਾ ਇਹ ਸ਼ਹਿਰ, ਤੇ ਗੁਰੂ ਬਾਬਾ ਜੀ ਦੀ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਇਹਨੇ ਸੋਚਿਆ ਕਿ ਗੁਰੂ ਨਾਨਕ ਜੀ ਦੀ ਬੜੀ ਦੁਨੀਆ ਦੇ ਵਿੱਚ ਜੈ ਜੈਕਾਰ ਹੈ, ਤੇ ਜੇ ਮੈਂ ਗੁਰੂ ਨਾਨਕ ਮਹਾਰਾਜ ਨੂੰ ਹਰਾ ਦਿੱਤਾ ਫਿਰ ਤਾਂ ਮੇਰਾ ਨਾਂ ਇਹਨਾਂ ਤੋਂ ਵੀ ਉੱਤੇ ਹੋ ਜਾਏਗਾ ਕਿ ਇਹਨੇ ਤੇ ਗੁਰੂ ਨਾਨਕ ਨੂੰ ਹਰਾ ਦਿੱਤਾ ਹੈ।
ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਨੇ ਬਹਿਸ ਦੇ ਲਈ ਚੈਲੰਜ ਕੀਤਾ, ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਵੇਖੋ ਕਿਸੇ ਤਰ੍ਹਾਂ ਦੀ ਬਹਿਸ ਬਸਾਈ 'ਚ ਨਹੀਂ ਸੀ ਪੈਂਦੇ। ਹਾਂ, ਵਿਚਾਰ ਚਰਚਾ ਕਰਨੀ ਇੱਕ ਵੱਖਰੀ ਗੱਲ ਹੈ। ਜਦੋਂ ਆਪਾਂ ਕਿਸੇ ਚੀਜ਼ ਦੀ ਬਹਿਸ 'ਚ ਪੈਂਦੇ ਆ, ਉਹਦੇ 'ਚ ਕੀ ਹੁੰਦਾ ਹੈ, ਬੰਦਾ ਦੂਜੇ ਨੂੰ ਆਪਣੀ ਗੱਲ ਮਨਾਉਣੀ ਚਾਹੁੰਦਾ ਹੈ, ਆਪ ਦੂਜੇ ਦੀ ਗੱਲ ਨਹੀਂ ਮੰਨਣਾ ਚਾਹੁੰਦਾ। ਭਾਵੇਂ ਆਪ ਗਲਤ ਵੀ ਹੋਵੇ, ਫਿਰ ਵੀ ਬੰਦਾ ਕਹਿੰਦਾ ਮੈਂ ਇੱਧਰੋਂ ਉੱਧਰੋਂ ਕੋਈ ਤਰਕ ਦਲੀਲ ਕੱਢ ਕੇ ਤੇ ਇਹ ਸਾਬਤ ਕਰ ਹੀ ਦੇਵਾਂ ਕਿ ਮੈਂ ਠੀਕ ਤੇ ਤੂੰ ਗਲਤ ਹੈ। ਬਹਿਸ ਦੇ ਵਿੱਚ ਇਹ ਹੁੰਦਾ, ਬਹਿਸ ਦੇ ਵਿੱਚ ਸਾਡੀ ਈਗੋ ਹੁੰਦੀ ਹੈ, ਸਾਡਾ ਹੰਕਾਰ ਹੁੰਦਾ ਕਿ ਬਸ ਅਸੀਂ ਇਹ ਸਾਬਤ ਕਰੀਏ ਕਿ ਜੋ ਮੈਂ ਕਿਹਾ ਬਸ ਉਹੀ ਠੀਕ ਹੈ, ਬਾਕੀ ਸਾਰਾ ਕੁਝ ਗਲਤ ਹੈ। ਪਰ ਵਿਚਾਰ ਚਰਚਾ ਕੀ ਹੈ? ਗੁਰਬਾਣੀ 'ਚ ਮਹਾਰਾਜ ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਹੋਏ ਰਹੀਐ। ਕੋਈ ਭਲਾ ਪੁਰਖ ਮਿਲਦਾ, ਵਿਚਾਰਾਂ ਦੀ ਸਾਂਝ ਗੁਰੂ ਕੇ ਸਿੱਖ ਨੇ ਕਰਨੀ ਹੈ। ਪਰ ਜੇ ਕੋਈ ਅਸੰਤ ਈਗੋ ਹੰਕਾਰ ਵਾਲਾ ਗੱਲ ਮਨਾਉਣਾ ਹੀ ਚਾਹੁੰਦਾ ਹੈ, ਮੰਨਣਾ ਨਹੀਂ ਚਾਹੁੰਦਾ, ਤੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਐਸੇ ਬੰਦਿਆਂ ਦੇ ਨਾਲ ਬੇਮਤਲਬ ਦੀ ਬਹਿਸ ਦੇ ਨਾਲੋਂ ਚੰਗਾ ਬੰਦਾ ਚੁੱਪ ਹੀ ਰਵੇ। ਗੁਰੂ ਬਾਬਾ ਜੀ ਕਹਿਣ ਲੱਗੇ, ਪੰਡਤ ਬ੍ਰਹਮਦਾਸ, ਅਸੀਂ ਕੋਈ ਬਹਿਸ ਬਸਾਈ ਕਿਸੇ ਦੇ ਨਾਲ ਨਹੀਂ ਕਰਦੇ ਹਾਂ, ਕਿਉਂਕਿ ਅਸੀਂ ਤੇ ਪਰਮੇਸ਼ਰ ਦੀ ਭਗਤੀ ਦਾ ਉਪਦੇਸ਼ ਦੇਣ ਦੇ ਲਈ ਸੰਸਾਰ ਅੰਦਰ ਵਿਚਰ ਰਹੇ ਹਾਂ, ਕਿਸੇ ਨੂੰ ਨੀਵਾਂ ਵਿਖਾਉਣ ਦੇ ਲਈ ਨਹੀਂ ਵਿਚਰ ਰਹੇ ਹਾਂ। ਤੇਰੇ ਕੋਲ ਵਿਦਵਤਾ ਹੋਵੇਗੀ, ਗਿਆਨ ਹੋਵੇਗਾ, ਅਸੀਂ ਮੰਨਦੇ ਹਾਂ, ਪਰ ਗੱਲ ਪਰਮਾਤਮਾ ਦੀ ਭਗਤੀ ਦੀ ਹੈ। ਜੇ ਤੇ ਭਗਤੀ ਹੈ ਤੇ ਜੀਵਨ ਸਫਲ ਹੈ, ਤੇ ਜੇ ਭਗਤੀ ਹੀ ਜੀਵਨ ਦੇ ਵਿੱਚ ਨਹੀਂ ਹੈ, ਤੇ ਗੁਰੂ ਬਾਬਾ ਜੀ ਕਹਿਣ ਲੱਗੇ ਫਿਰ ਖੇਤ ਨੂੰ ਜਿੰਨਾ ਮਰਜ਼ੀ ਵਾਹੀ ਜਾਓ ਵਾਹੀ ਜਾਓ, ਜੇ ਉਹਦੇ 'ਚ ਬੀਜ ਹੀ ਨਹੀਂ ਪਾਓਗੇ ਤੇ ਫਸਲ ਕਿੱਥੋਂ ਉੱਗੇਗੀ ਤੇ ਅੱਗੇ ਫਲ ਕਿੱਥੋਂ ਪ੍ਰਾਪਤ ਹੋਵੇਗਾ। ਤੇਰੀ ਵਿਦਵਤਾ ਕੇਵਲ ਖੇਤ ਨੂੰ ਵਾਹੁਣ ਤੱਕ ਸੀਮਤ ਹੈ, ਉਹਦੇ 'ਚ ਭਗਤੀ ਦਾ ਬੀਜ ਕੋਈ ਨਹੀਂ ਹੈ, ਤੇ ਬੀਜ ਤੋਂ ਬਿਨਾਂ ਤੇ ਖੇਤ ਵਿਅਰਥ ਹੈ। ਜਦੋਂ ਇਦਾਂ ਗੁਰੂ ਬਾਬਾ ਜੀ ਨੇ ਭਗਤੀ ਦੀਆਂ ਗੱਲਾਂ ਕਹੀਆਂ ਨਾ, ਹੁਣ ਤੇ ਪੰਡਤ ਬ੍ਰਹਮਦਾਸ ਨੂੰ ਵਾਕਿਆ ਆਪਣੇ ਅੰਦਰ ਦੇ ਖੋਖਲੇਪਨ, ਖਾਲੀਪਨ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਗਿਆਨ ਮੇਰੇ ਕੋਲ ਬੜਾ ਹੈ ਪਰ ਭਗਤੀ ਨਹੀਂ ਹੈ। ਮੈਂ ਗਿਆਨ ਦੇ ਨਾਲ ਦੂਜਿਆਂ ਨੂੰ ਨੀਵਾਂ ਵਿਖਾਉਂਦਾ ਪਿਆ ਹਾਂ, ਕਿਸੇ ਦਾ ਭਲਾ ਤੇ ਨਹੀਂ ਕਰ ਰਿਹਾ ਹਾਂ। ਮੈਂ ਗਿਆਨ ਦੇ ਨਾਲ ਅੱਗੇ ਵਧਣ ਵਾਲਿਆਂ ਨੂੰ ਆਪਣੇ ਗਿਆਨ ਦੇ ਰਾਹੀਂ ਰੋਕਦਾ ਤੇ ਪਿਆ ਹਾਂ, ਪਰ ਗਿਆਨ ਦੇ ਨਾਲ ਸਮਾਜ ਨੂੰ ਕੋਈ ਤਰੱਕੀ ਦੇ ਰਸਤੇ ਤੇ, ਮਨੁੱਖਤਾ ਨੂੰ ਕੋਈ ਤਰੱਕੀ ਦੇ ਰਸਤੇ ਤੇ ਨਹੀਂ ਖੜ ਰਿਹਾ ਹਾਂ। ਸਮਝ ਪੈ ਗਈ ਜਦੋਂ ਬਾਬਾ ਜੀ ਨੇ ਇਹ ਕਿਹਾ ਕਿ ਲਿਖ ਲਿਖ ਪੜਿਆ ਤੇਤਾ ਕੜਿਆ, ਪੜਿਆ ਬੜਾ ਹੈ ਪਰ ਅੰਦਰ ਤੋਂ ਕੜਿਆ ਪਿਆ ਹੈ। ਮਹਾਰਾਜ ਕਹਿੰਦੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾ। ਜਿੰਨੇ ਮਰਜੀ ਤੂੰ ਗ੍ਰੰਥ ਆਪਣੇ ਕੋਲ ਪੜ ਪੜ ਕੇ ਢੇਰ ਲਗਾ ਲੈ, ਪਰ ਚੇਤੇ ਰੱਖੀ ਨਾਨਕ ਲੇਖੈ ਇੱਕ ਗੱਲ ਹੋਰ ਹਉ ਮੈਂ ਚਖਣਾ ਚਾਖ। ਅਕਾਲ ਪੁਰਖ ਦੇ ਘਰ ਤੇ ਕੇਵਲ ਭਗਤੀ ਪ੍ਰਵਾਨ ਹੈ, ਬਾਕੀ ਤੇ ਹੰਕਾਰ ਦੀਆਂ ਝੱਖਾਂ ਤੂੰ ਜਿੰਨੀਆਂ ਮਰਜੀ ਮਾਰੀ ਜਾ, ਕੁਝ ਨਹੀਂ ਹੋ ਸਕਦਾ। ਇਹਨੂੰ ਸਮਝ ਪੈ ਗਈ। ਪੜਿਆ ਬੜਾ ਸੀ ਪਰ ਅੰਦਰ ਗਿਆਨ ਦਾ ਚਾਨਣ ਨਹੀਂ ਸੀ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਆਨ ਦਾ ਚਾਨਣ ਅੰਦਰ ਗੁਰੂ ਕੇ ਸ਼ਬਦ ਦੇ ਰਾਹੀਂ ਕੀਤਾ। ਇਹਨੂੰ ਸਮਝ ਪੈ ਗਈ ਕਿ ਜੋ ਅੱਜ ਤੱਕ ਸੀ ਕੁਝ ਵੀ ਨਹੀਂ ਸੀ, ਜੋ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ ਉਹੀ ਸਾਰਾ ਕੁਝ ਹੈ। ਸੋ ਕਹਿਣ ਦਾ ਭਾਵ ਕਿ ਕਈ ਵਾਰ ਸਾਡੇ ਕੋਲ ਬਾਹਰ ਦੀ ਨੌਲੇਜ ਬੜੀ ਹੁੰਦੀ ਹੈ, ਬਾਹਰ ਦਾ ਗਿਆਨ ਬੜਾ ਹੁੰਦਾ ਹੈ, ਪਰ ਜਿਹੜੀ ਅਕਲ ਹੋਣੀ ਚਾਹੀਦੀ ਹੈ ਉਹ ਅਕਲ ਸਾਡੇ ਕੋਲ ਨਹੀਂ ਹੁੰਦੀ। ਬੰਦਾ ਆਪਣੀ ਪੜ੍ਹਾਈ ਵੀ ਦੂਜੇ ਦੀ ਤਬਾਹੀ ਦੇ ਲਈ ਵਰਤਦਾ ਹੈ, ਕੋਈ ਮਨੁੱਖਤਾ ਦਾ ਭਲਾ ਕਰਨ ਦੇ ਲਈ ਨਹੀਂ ਵਰਤਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜਾ ਅੰਦਰ ਦਾ ਵਾਕਿਆ ਗਿਆਨ ਦਾ ਚਾਨਣ ਹੈ ਨਾ, ਮਨੁੱਖਤਾ ਦਾ ਭਲਾ ਕਰਨ ਵਾਲਾ, ਉਹ ਵੀ ਵਾਹਿਗੁਰੂ ਦੀ ਗੁਰੂ ਦੀ ਮਿਹਰ ਸਦਕਾ ਹੀ ਮਨੁੱਖ ਦੇ ਅੰਦਰ ਬਣਦਾ ਹੈ। ਇਕੱਲੀਆਂ ਕਿਤਾਬਾਂ ਪੜ੍ਹ ਕੇ ਵੀ ਗੱਲ ਨਹੀਂ ਬਣਦੀ ਹੈ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਬਿਗਾਸ। ਪਰਮਾਤਮਾ ਦੀ ਮਿਹਰ ਸਦਕਾ ਹੀ ਅੰਦਰ ਗਿਆਨ ਦਾ ਚਾਨਣ ਹੁੰਦਾ ਹੈ। ਪਰਮਾਤਮਾ ਦੀ ਦਇਆ ਮਿਹਰ ਸਦਕਾ ਹੀ ਮਨ ਰੂਪੀ ਕੌਲ ਫੁੱਲ ਖਿੜਦਾ ਹੈ। ਮਨ ਅੰਦਰ ਖੇੜਾ, ਉਹ ਜਿਹੜੀ ਅਵਸਥਾ ਆਪਾਂ ਰੋਜ਼ ਜਪਜੀ ਸਾਹਿਬ ਚ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਭਗਤਾਂ ਦੇ ਜੀਵਨ ਚ ਹਮੇਸ਼ਾ ਹੀ ਖੇੜਾ ਬਣਿਆ ਰਹਿੰਦਾ ਹੈ।
ਹੁਣ ਉਹ ਜਿਹੜਾ ਖੇੜਾ ਹੈ ਉਹ ਖਰੀਦ ਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕਿੰਨੇ ਲੋਕ ਭਗਤ ਕਬੀਰ ਜੀ ਦੇ ਕੋਲ ਆਉਂਦੇ ਸਨ, ਜੀ ਆਪਣੇ ਵਰਗੀ ਅਵਸਥਾ ਬਣਾ ਦੇਵੋ। ਗੁਰੂ ਮਹਾਰਾਜ ਜੀ ਦੇ ਕੋਲ ਆ ਕੇ ਕਹਿੰਦੇ ਸਨ, ਜੀ ਜਿਹੜੀ ਆ ਤੁਹਾਡੀ ਅਵਸਥਾ ਹੈ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਦੁੱਖ ਦੇ ਵਿੱਚ ਵੀ ਸੁੱਖ ਵਾਲੀ ਖੇੜੇ ਵਾਲੀ ਅਵਸਥਾ। ਜੇ ਕੋਈ ਵਡਿਆਈ ਕਰਦਾ ਹੈ ਤਾਂ ਵੀ ਧੀਰਜ, ਜੇ ਕੋਈ ਨਿੰਦਿਆ ਕਰਦਾ ਹੈ ਫਿਰ ਵੀ ਸਹਿਜ ਤੇ ਸਹਿਣਸ਼ੀਲਤਾ ਵਾਲੀ ਜਿਹੜੀ ਤੁਹਾਡੀ ਅਵਸਥਾ ਹੈ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਕੇ ਸਾਡੀ ਵੀ ਇਦਾਂ ਦੀ ਅਵਸਥਾ ਬਣਾ ਦੇਵੋ। ਭੇਟਾ ਜਿੰਨੀ ਕਵੋ ਮਿਲ ਜਾਏਗੀ, ਮਾਇਆ ਜਿੰਨੀ ਕਵੋ ਅਸੀਂ ਭੇਟ ਕਰ ਦੇਵਾਂਗੇ। ਪਰ ਗੁਰੂ ਮਹਾਰਾਜ ਜੀ ਦਾ ਹਮੇਸ਼ਾ ਇਹੀ ਸੰਦੇਸ਼ ਉਪਦੇਸ਼ ਹੁੰਦਾ ਸੀ ਕਿ ਇਹ ਚੀਜ਼ਾਂ ਖਰੀਦਿਆਂ ਮਿਲਣ ਵਾਲੀਆਂ ਨਹੀਂ ਹਨ, ਇਹ ਚੀਜ਼ਾਂ ਮਾਇਆ ਧਨ ਦੇ ਨਾਲ ਮਿਲਣ ਵਾਲੀਆਂ ਨਹੀਂ ਹਨ। ਕਬੀਰ ਸਾਹਿਬ ਕਹਿੰਦੇ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ RAM ਲਿਆ ਹੈ ਮੋਲ। ਗੁਰੂ ਕੀ ਬਾਣੀ ਦੇ ਬਚਨ ਹਨ, ਲੱਖ ਕਰੋੜੀ ਮਿਲੈ ਨਾ ਕੇ ਤਿਸੈ ਪ੍ਰਾਪਤ ਜਿਸ ਹੀ ਦੇ। ਭਾਵੇਂ ਕਿਸੇ ਕੋਲ ਲੱਖਾਂ ਰੁਪਈਏ ਕਰੋੜਾਂ ਰੁਪਈਏ ਹੋਣ, ਇਹ ਅਵਸਥਾ ਕੋਈ ਇਦਾਂ ਨਹੀਂ ਮਿਲਦੀ ਹੈ ਕਿ ਤਤੀ ਤਵੀ ਤੇ ਬਹਿ ਕੇ ਵੀ ਤੇਰਾ ਕੀਆ ਮੀਠਾ ਲੱਗੈ। ਕੋਈ ਘਰ 'ਚ ਦੁੱਖ ਸੁੱਖ ਵਰਤਦਾ ਹੈ ਤੇ ਹੱਸ ਕੇ ਇਹ ਕਹਿ ਦੇਣਾ, ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ। ਇਹ ਜਿਹੜੀ ਅਵਸਥਾ ਅਧਿਆਤਮਕ ਤਲ ਦਾ ਸਿਖਰ ਹੈ, ਇਹ ਗੁਰੂ ਦੀ ਮਿਹਰ ਸਦਕਾ, ਭਗਤੀ ਦੀ ਕਮਾਈ ਸਦਕਾ, ਗੁਰੂ ਕੀ ਬਾਣੀ ਦੇ ਗਿਆਨ ਉਪਦੇਸ਼ ਦੇ ਰਸਤੇ ਤੇ ਚੱਲਣ ਸਦਕਾ ਬਣਦੀ ਹੈ। ਇਹ ਕੋਈ ਮਾਇਆ ਧਨ ਪੈਸੇ ਦੇ ਨਾਲ ਚੀਜ਼ਾਂ ਖਰੀਦੀਆਂ ਜਾਣ ਵਾਲੀਆਂ ਨਹੀਂ, ਸਭ ਤੋਂ ਉੱਪਰ ਮਾਲਕ ਦੀ ਮਿਹਰ। ਮਹਾਰਾਜ ਕਹਿੰਦੇ, ਪ੍ਰਭ ਦਇਆ ਤੇ ਕਮਲ ਵਿਗਾਸ, ਵਾਹਿਗੁਰੂ ਦੀ ਮਿਹਰ ਸਦਕਾ ਹੀ ਨਾਨਕ ਭਗਤਾਂ ਸਦਾ ਵਿਗਾਸ ਵਾਲੀ, ਅੰਦਰ ਖੇੜੇ ਤੇ ਖਿੜਾਓ ਵਾਲੀ ਜਿਹੜੀ ਅਵਸਥਾ ਹੈ ਉਹ ਬਣਦੀ ਹੈ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ। ਹੁਣ ਉਹ ਅਕਾਲ ਪੁਰਖ ਸਾਡੇ ਮਨ 'ਚ ਕਿੱਦਾਂ ਵਸ ਸਕਦਾ ਹੈ? ਉਹ ਵੀ ਆਪਾਂ ਇਹ ਨਹੀਂ ਹੈ ਕਿ ਆਪਣੀ ਕਿਸੇ ਤਾਕਤ ਜ਼ੋਰ ਦੇ ਨਾਲ ਰੱਬ ਨੂੰ, ਅਕਾਲ ਪੁਰਖ ਦੀ ਯਾਦ ਨੂੰ ਆਪਣੇ ਅੰਦਰ ਵਸਾ ਲਈਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿਹਦੇ ਤੇ ਉਹ ਮਾਲਕ ਪ੍ਰਸੰਨ ਹੁੰਦਾ, ਤਰੁੱਠਦਾ ਹੈ, ਉਹਦੇ ਹਿਰਦੇ 'ਚ ਫਿਰ ਉਹ ਆਪਣਾ ਸਦੀਵੀ ਵਾਸਾ ਹੀ ਬਣਾ ਲੈਂਦਾ ਹੈ। ਪ੍ਰਭ ਦਇਆ ਤੇ ਮਤ ਉੱਤਮ ਹੋਏ, ਮਤ ਦਾ ਚੰਗੇ ਬਣ ਜਾਣਾ। ਮਤ ਭਾਵ ਜਿਹੜੀ ਸਾਡੀ ਸੋਚ ਹੈ, ਸਾਡੀ ਵਿਚਾਰ ਹੈ, ਸਾਡਾ ਰਹਿਣ ਸਹਿਣ ਸਮਾਜ ਅੰਦਰ ਵਿਚਰਨਾ ਹੈ, ਇਹ ਬਹੁਤ ਉੱਤਮ ਬਣ ਜਾਏ। ਕਿੱਦਾਂ ਬਣਦਾ ਹੈ? ਉਹ ਵੀ ਮਾਲਕ ਦੀ ਮਿਹਰ ਸਦਕਾ। ਜਪਜੀ ਸਾਹਿਬ 'ਚ ਵੈਸੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਖੀਰਲੀਆਂ ਪੌੜੀਆਂ 'ਚ ਜਾ ਕੇ ਸਮਝਾਇਆ ਵੀ ਹੈ ਕਿ ਇਹ ਕੁਝ ਪੌੜੀਆਂ ਹਨ, ਧਰਮ ਖੰਡ, ਗਿਆਨ ਖੰਡ ਔਰ ਕਰਮ ਖੰਡ, ਸ਼ਰਮ ਖੰਡ, ਸੱਚ ਖੰਡ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਕਿ ਜਿਵੇਂ ਜਿਵੇਂ ਬੰਦਾ ਧਰਮ ਦੇ ਰਸਤੇ ਤੇ ਤੁਰਦਾ ਹੈ, ਧਰਮ ਖੰਡ ਦੀ ਅਵਸਥਾ 'ਚ ਪਹੁੰਚਦਾ ਹੈ, ਤੇ ਜੋ ਧਰਮ ਦੀ ਕਮਾਈ ਹੈ ਉਹਨੂੰ ਸਹਿਜੇ ਸਹਿਜੇ ਜੀਵਨ ਅੰਦਰ ਜਦੋਂ ਕਰਨਾ ਸ਼ੁਰੂ ਕਰਦਾ ਹੈ, ਫਿਰ ਇੱਕ ਅਧਿਆਤਮਕ ਗਿਆਨ ਅੰਦਰ ਪ੍ਰਗਟ ਹੁੰਦਾ ਹੈ। ਤੇ ਜਦੋਂ ਉਹ ਅਧਿਆਤਮਕ ਗਿਆਨ ਪ੍ਰਗਟ ਹੁੰਦਾ ਹੈ, ਫਿਰ ਸਭ ਤੋਂ ਪਹਿਲਾਂ ਕਰਤੇ ਪੁਰਖ ਅਕਾਲ ਪੁਰਖ ਤੇ ਵਾਹਿਗੁਰੂ ਦੀ ਕੁਦਰਤ ਦੀ ਵਿਸ਼ਾਲਤਾ ਦੀ ਮਨੁੱਖ ਨੂੰ ਸਮਝ ਪੈਣੀ ਸ਼ੁਰੂ ਹੁੰਦੀ ਹੈ ਕਿ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ, ਕਿ ਉਹਨਾਂ ਕੁਝ ਹੀ ਨਹੀਂ ਹੈ ਜਿੰਨਾ ਕੁ ਮੈਂ ਵੇਖਦਾ ਪਿਆ ਹਾਂ। ਅਕਾਲ ਪੁਰਖ ਦੀ ਕੁਦਰਤ ਬਹੁਤ ਬੇਅੰਤ ਹੈ, ਇਦੋਂ ਪਰੇ ਤੋਂ ਪਰੇ ਹੈ। ਮਹਾਰਾਜ ਕਹਿੰਦੇ ਉਸ ਅਵਸਥਾ 'ਚ ਪਹੁੰਚ ਕੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਵਾਲੀ ਅਵਸਥਾ ਜਦੋਂ ਬਣਦੀ ਹੈ ਨਾ, ਫਿਰ ਅੱਗੇ ਮਨੁੱਖ ਅਗਲੇ ਪੜਾਅ ਤੇ ਪਹੁੰਚਦਾ ਹੈ, ਜਿਹਨੂੰ ਬਾਣੀ ਨੇ ਜਪਜੀ ਸਾਹਿਬ 'ਚ ਬਾਬਾ ਜੀ ਨੇ ਕਿਹਾ ਹੈ ਕਿ ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਕੜੀਐ ਬਹੁਤ ਅਨੂਪ। ਉੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਉਹ ਉਸ ਅਵਸਥਾ 'ਚ ਜਾ ਕੇ ਨਾ ਬੰਦੇ ਦੀ ਸੁਰਤ ਦੀ, ਮਤ ਦੀ, ਮਨ ਦੀ, ਬੁੱਧੀ ਦੀ, ਅਕਲ ਦੀ ਘਾੜਤ ਕੜੀ ਜਾਂਦੀ ਹੈ। ਆਪਾਂ ਕਈ ਵਾਰ ਕਹਿ ਦਿੰਦੇ ਜੀ ਬੰਦਾ ਤੇ ਗੁਰੂ ਘਰ ਦੀ ਹਾਜ਼ਰੀ ਬੜੀ ਭਰਦਾ ਹੈ, ਧਰਮ ਅਸਥਾਨਾਂ ਤੇ ਬੜਾ ਜਾਂਦਾ ਹੈ, ਪਰ ਉਹ ਬਾਹਰੋਂ ਸਰੀਰ ਕਰਕੇ ਤੇ ਸਫ਼ਰ ਚੱਲ ਰਿਹਾ ਹੁੰਦਾ ਹੈ, ਪਰ ਜਿਹੜਾ ਅੰਦਰ ਸੁਰਤ ਦਾ, ਮਨ ਦਾ ਸਫ਼ਰ ਹੈ ਉਹ ਨਹੀਂ ਚੱਲਿਆ ਹੈ।
ਜਿਹੜਾ ਗੁਰੂ ਕੀ ਮੱਤ ਲੈ ਕੇ ਗੁਰਬਾਣੀ ਦੇ ਮੁਤਾਬਕ ਜਿਹੜਾ ਅੰਦਰ ਦਾ ਸਫ਼ਰ ਚੱਲਣਾ। ਇਸ ਕਰਕੇ ਆਪਾਂ ਵੇਖਦੇ ਹਾਂ ਕਈਆਂ ਦੀ ਜ਼ਿੰਦਗੀ ਲੰਘ ਜਾਂਦੀ, ਹਾਜ਼ਰੀ ਭਰਦਿਆਂ ਜ਼ਿੰਦਗੀ ਉੱਥੇ ਦੀ ਉੱਥੇ ਹੀ ਖਲੋਤੀ ਹੁੰਦੀ। ਕਾਰਨ ਕੀ ਹੈ? ਬੰਦਾ ਤਨ ਕਰਕੇ ਤੇ ਆ ਰਿਹਾ ਹੈ, ਸਰੀਰ ਕਰਕੇ ਤੇ ਉਦਮ ਕਰ ਰਿਹਾ ਹੈ, ਪਰ ਮਨ ਕਰਕੇ ਉਦਮ ਨਹੀਂ ਕਰ ਰਿਹਾ ਹੈ। ਆਪਾਂ ਸਰੀਰ ਕਰਕੇ ਉਦਮ ਕਰਕੇ ਗੁਰੂ ਕੇ ਦਰ ਤੇ ਬੈਠੇ ਹਾਂ, ਨਾਲ ਦੀ ਨਾਲ ਮਨ ਕਰਕੇ ਵੀ ਉਦਮ ਕਰਨਾ। ਗੱਲ ਇੱਥੇ ਹੀ ਮੁੱਕ ਨਹੀਂ ਜਾਂਦੀ। ਜਿਵੇਂ ਬੱਚਾ ਸਕੂਲ ਗਿਆ ਤੇ ਵਾਪਸ ਆ ਗਿਆ, ਗੱਲ ਇੱਥੇ ਹੀ ਨਹੀਂ ਮੁੱਕਦੀ, ਸਕੂਲ ਜਾ ਕੇ ਅੱਗੇ ਪੜ੍ਹਾਈ ਵੀ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਇੱਥੇ ਆ ਗਏ ਉਦੋਂ ਬਾਅਦ ਸਾਡੀ ਅਸਲੀ ਗੁਰਮਤ ਦੀ, ਗੁਰਬਾਣੀ ਦੀ, ਮਨ ਮਤ ਬੁੱਧ ਦੀ ਘਾੜਤ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਤੇ ਜਦੋਂ ਆਪਾਂ ਉਸ ਪਾਸੇ ਫਿਰ ਯਤਨ ਕਰਾਂਗੇ ਕਿ ਕਿਆ ਗੁਰ ਕਹੈ ਕਰੈ ਹਮ ਕਹਾ, ਗੁਰੂ ਕੀ ਕਹਿ ਰਹੇ ਨੇ, ਮੈਂ ਕੀ ਕਰ ਰਿਹਾ ਹਾਂ, ਕਿਵੇਂ ਮੈਂ ਆਪਣੇ ਮਨ ਦੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਸਾਹਮਣੇ ਰੱਖ ਕੇ ਜੀਵਨ ਬਤੀਤ ਕਰਨਾ ਹੈ, ਉਹ ਜਦੋਂ ਯਤਨ ਕਰਾਂਗੇ ਗੁਰੂ ਦੀ ਮਿਹਰ ਵਰਤਦੀ ਹੈ ਤੇ ਫਿਰ ਆਪਣੇ ਆਪ ਜੀਵਨ ਦੇ ਅੰਦਰ ਤਬਦੀਲੀ ਵੀ ਆਉਂਦੀ ਹੈ। ਜੇ ਯਤਨ ਹੀ ਨਹੀਂ ਹੈ ਤੇ ਫਿਰ ਅੱਗੇ ਤਬਦੀਲੀ ਕਿੱਦਾਂ ਹੈ? ਮਹਾਰਾਜ ਕਹਿੰਦੇ ਉਹ ਫਿਰ ਜਦੋਂ ਅੰਦਰ ਦਾ ਅਧਿਆਤਮਕ ਸਫ਼ਰ ਚੱਲਦਾ ਹੈ ਨਾ, ਬੰਦਾ ਧਰਮ ਖੰਡ ਤੋਂ ਗਿਆਨ ਖੰਡ ਦੀ ਅਵਸਥਾ, ਉੱਥੋਂ ਫਿਰ ਸ਼ਰਮ ਖੰਡ ਦੀ ਅਵਸਥਾ ਤੇ ਪਹੁੰਚਦਾ ਹੈ। ਫਿਰ ਉਹ ਅਵਸਥਾ ਬਣਦੀ ਹੈ ਕਿ ਪ੍ਰਭ ਦਇਆ ਤੇ ਮਤ ਉਤਮ ਹੋਏ, ਉੱਤਮ ਮਤ ਪ੍ਰਾਪਤ ਹੁੰਦੀ ਹੈ। ਕਿਉਂਕਿ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਉੱਥੇ ਮਨ ਮਤ ਹਰ ਬੁੱਧੀ ਦੀ ਘਾੜਤ ਘੜੀ ਜਾਂਦੀ। ਉਦੋਂ ਬਾਅਦ ਤੇ ਅੱਗੇ ਕਰਮ ਖੰਡ ਕੀ ਬਾਣੀ ਜ਼ੋਰ, ਫਿਰ ਬੰਦਾ ਕਰਮ ਖੰਡ ਦੀ ਅਵਸਥਾ ਤੇ ਪਹੁੰਚਦਾ ਹੈ, ਜਿੱਥੇ ਬਾਣੀ ਜ਼ੋਰ ਦਾ ਮਤਲਬ ਬੰਦੇ ਦੇ ਬੋਲਾਂ ਦੇ ਵਿੱਚ ਤਾਕਤ ਆਉਂਦੀ। ਆਪਾਂ ਕਹਿੰਦੇ ਜੀ ਆ ਬਚਨ ਕਹੇ ਮਹਾਂਪੁਰਖਾਂ ਨੇ ਤੇ ਬਚਨ ਸੱਤ ਹੋ ਗਏ, ਗੁਰੂ ਸਾਹਿਬਾਨਾ ਭਗਤ। ਕਾਰਨ ਕੀ? ਉਹ ਉਸ ਅਵਸਥਾ ਤੇ ਪਹੁੰਚ ਗਏ ਜਿੱਥੇ ਕਰਮ ਖੰਡ ਕੀ ਬਾਣੀ ਜ਼ੋਰ, ਜਿੱਥੇ ਬੋਲਾਂ ਦੇ ਵਿੱਚ ਤਾਕਤ, ਐਸੀ ਤਾਕਤ ਕਿ ਰਸਨਾ ਤੇ ਹੁਣ ਪਰਮੇਸ਼ਰ ਆਪ ਹੀ ਵਰਤਦਾ ਹੈ। ਪਰ ਉਸ ਅਵਸਥਾ ਤੇ ਮਹਾਰਾਜ ਕਹਿੰਦੇ ਤਿੱਥੇ ਵਸੈ ਭਗਤ ਕਈ ਲੋ, ਭਗਤ ਜਨ ਉਸ ਅਵਸਥਾ ਤੇ ਪਹੁੰਚਦੇ ਹਨ। ਉਦੋਂ ਬਾਅਦ ਅੱਗੇ ਸੱਚਖੰਡੀ ਅਵਸਥਾ ਹੈ, ਜਿੱਥੇ ਫਿਰ ਅੰਦਰ ਬਾਹਰ ਤੋਂ ਇੱਕ ਪਰਮੇਸ਼ਰ ਹੀ ਹੋ ਜਾਣਾ। ਖੈਰ ਮਹਾਰਾਜ ਕਹਿੰਦੇ ਪ੍ਰਭ ਦਇਆ ਤੇ ਮਤ ਉਤਮ ਹੋਏ, ਵਾਹਿਗੁਰੂ ਦੀ ਮਿਹਰ ਸਦਕਾ ਉੱਤਮ ਮਤ ਹੁੰਦੀ ਹੈ। ਬੰਦਾ ਚੰਗੀ ਮਤ ਦਾ ਧਾਰਨੀ ਬਣਦਾ ਹੈ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਪਾਤਸ਼ਾਹ ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਜੀ ਸਰਬ ਨਿਧਾਨ, ਨਿਧਾਨ ਦਾ ਮਤਲਬ ਹੈ ਖਜ਼ਾਨੇ ਤੇ ਮਾਇਆ ਦਾ ਮਤਲਬ ਹੈ ਮਿਹਰ। ਹੇ ਮੇਰੇ ਦਾਤਾ ਜੀ, ਤੁਹਾਡੀ ਮਿਹਰ ਦੇ ਵਿੱਚ ਹੀ ਸਾਰੇ ਦੇ ਸਾਰੇ ਖਜ਼ਾਨੇ ਹਨ। ਉਹ ਭਾਵੇਂ ਦੁਨਿਆਵੀ ਸੁੱਖਾਂ ਦੇ ਖਜ਼ਾਨੇ ਨੇ, ਉਹ ਭਾਵੇਂ ਭਗਤੀ ਦੇ ਬੰਦਗੀ ਇਬਾਦਤ ਦੇ ਖਜ਼ਾਨੇ ਨੇ, ਸਾਰੇ ਤੁਹਾਡੀ ਦਇਆ ਤੇ ਜਿਹਦੇ ਤੇ ਤੁਹਾਡੀ ਦਇਆ ਵਰਤਦੀ ਉਹਨੂੰ ਤੁਸੀਂ ਦੁਨਿਆਵੀ ਸੁੱਖਾਂ ਧਨ ਪਦਾਰਥਾਂ ਦੇ ਖਜ਼ਾਨੇ ਬਖਸ਼ ਕੇ ਵੀ ਨਿਹਾਲ ਕਰਦੇ ਹੋ ਤੇ ਭਗਤੀ ਦੇ ਖਜ਼ਾਨੇ ਬਖਸ਼ ਕੇ ਵੀ ਨਦਰੋ ਨਦਰੀ ਨਿਹਾਲ ਕਰਦੇ ਹੋ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਿਆ। ਆਪਣੇ ਆਪ ਆਪਾਂ ਕੁਝ ਨਹੀਂ ਪਾ ਸਕਦੇ ਹਾਂ, ਨਾ ਸੰਸਾਰ ਦੇ ਪਦਾਰਥ ਸੁੱਖ, ਨਾ ਧਰਮ ਦੇ ਅਧਿਆਤਮਕ ਸੁੱਖ ਤੇ ਉੱਚੀ ਮਤ। ਇਹ ਸਭ ਉਸ ਵਾਹਿਗੁਰੂ ਦੀਆਂ ਦਾਤਾਂ, ਪਰਮਾਤਮਾ ਦੀਆਂ ਦਾਤਾਂ ਹਨ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ। ਅਖੀਰ 6ਵੀਂ ਅਸ਼ਟਪਦੀ ਦੀਆਂ ਇਹ ਅਖੀਰਲੀਆਂ ਦੋ ਪੰਕਤੀਆਂ ਹਨ। ਮਹਾਰਾਜ ਕਹਿੰਦੇ ਹੈ ਮੇਰੇ ਦਾਤਾ ਜੀ, ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ। ਹੈ ਨਾਥ ਮਾਲਕ ਪਰਮਾਤਮਾ ਜੀ, ਜਿੱਧਰ ਜਿੱਧਰ ਸਾਨੂੰ ਤੁਸੀਂ ਲਾਉਂਦੇ ਹੋ ਉਧਰ ਹੀ ਅਸੀਂ ਜੀਵ ਲੱਗਦੇ ਹਾਂ। ਨਾਨਕ ਇਨ ਕੈ ਕਛੂ ਨਾ ਹਾਥ। ਇਹ ਹੈ ਅਤ ਦੀ ਨਿਮਰਤਾ ਦਾਤੇ ਅੱਗੇ ਹੱਥ ਜੋੜ ਕੇ ਬੇਨਤੀ ਕਿ ਮਾਲਕ ਜੀ ਸਾਡੇ ਹੱਥ ਕੁਝ ਨਹੀਂ ਹੈ, ਜੋ ਕੁਝ ਵੀ ਹੈ ਤੁਹਾਡੇ ਹੱਥ ਹੀ ਹੈ। ਪ੍ਰਭ ਡੋਰੀ ਹਾਥ ਤੁਮਾਰੇ, ਸਾਡੇ ਜੀਵਾਂ ਦੀ ਡੋਰ ਵੀ ਤੁਹਾਡੇ ਹੱਥ। ਅਸੀਂ ਤੇ ਤੁਹਾਡੇ ਦਰ ਦੇ ਕੂਕਰ ਹਾਂ। ਕਬੀਰ ਕੂਕਰ ਰਾਮ ਕੋ ਮੁੱਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਇਹ ਨਿਮਰਤਾ ਮਨ ਚ ਹਿਰਦੇ ਚ ਬਣਾ ਕੇ ਗੁਰੂ ਕੋਲ ਆ ਕੇ ਕਹਿਣਾ ਹੈ, ਨਾਨਕ ਸਭ ਕਿਛ ਤੁਮਰੇ ਹੱਥ। ਹੈ ਮੇਰੇ ਮਾਲਕ ਜੀ, ਸਾਰਾ ਕੁਝ ਤੁਹਾਡੇ ਹੱਥ ਹੈ, ਮਿਹਰ ਕਰੋ। ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਆਪਣੀ ਭਗਤੀ ਦੀ ਦਾਤ, ਸੁੱਖਾਂ ਦੀ ਦਾਤ ਬਖਸ਼ੋ, ਇਬਾਦਤ ਬੰਦਗੀ ਤੇ ਉੱਚ ਮਤ ਦੀ ਦਾਤ ਬਖਸ਼ੋ। ਸਤਿਗੁਰੂ ਕਿਰਪਾ ਕਰਨ, ਗੁਰੂ ਕੇ ਪਾਵਨ ਉਪਦੇਸ਼ ਸਾਡੇ ਸਭ ਦੇ ਹਿਰਦਿਆਂ 'ਚ ਵਸਣ, ਗੁਰੂ ਦੀਆਂ ਖੁਸ਼ੀਆਂ ਮਿਲਣ। 6ਵੀਂ ਅਸ਼ਟਪਦੀ ਦੀ ਸਮਾਪਤੀ ਹੋਈ ਹੈ। ਇਸ ਤੋਂ ਅੱਗੇ
7ਵੀਂ ਅਸ਼ਟਪਦੀ ਅੰਦਰ ਸਤਿਗੁਰੂ ਜੀ ਸਾਧ ਜਨਾਂ ਦੀ ਗੱਲ ਕਰਦੇ ਹਨ, ਜੋ ਅਕਾਲ ਪੁਰਖ ਦੀ ਭਗਤੀ 'ਚ ਜੁੜੇ ਨੇ, ਜਿਹੜੇ ਸਾਸ ਗਰਾਸ ਮਾਲਕ ਦਾ ਨਾਮ ਧਿਆਉਂਦੇ ਨੇ। ਉਹਨਾਂ ਸਾਧ ਜਨਾਂ, ਸੰਤ ਜਨਾਂ, ਗੁਰਮੁਖ ਜਨਾਂ ਦੇ ਜੀਵਨ ਦੀ ਵਿਚਾਰ ਅਗਲੀਆਂ 2 ਅਸ਼ਟਪਦੀਆਂ 'ਚ ਪਹਿਲਾਂ ਸਾਧ ਕਹਿ ਕੇ ਫਿਰ ਬ੍ਰਹਮ ਗਿਆਨੀ ਕਹਿ ਕੇ ਸਤਿਗੁਰੂ ਨੇ ਵਿਚਾਰ ਦਿੱਤੇ ਨੇ। ਸਤਿਗੁਰੂ ਕਿਰਪਾ ਕਰਨ ਆਪਾਂ ਇਸੇ ਤਰ੍ਹਾਂ ਗੁਰੂ ਕੀ ਬਾਣੀ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਹੁਣ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਭਰਨਗੇ, ਉਪਰੰਤ ਸੰਪੂਰਨ